ਸਤਿ ਸ਼੍ਰੀ ਅਕਾਲ ਜੀ। ਜਦੋਂ ਮੈਂ ਆਫਿਸ ਤੋਂ ਥੱਕ ਕੇ ਘਰ ਪਹੁੰਚਿਆ ਉਸ ਸਮੇਂ ਮੈਂ ਕਵਲ ਨੂੰ ਤਿਆਰ ਖੜੀ ਦੇਖਿਆ। ਉਸਨੇ ਹਰੇ ਰੰਗ ਦੀ ਬਹੁਤ ਹੀ ਖੂਬਸੂਰਤ ਡਰੈਸ ਪਹਿਨੀ ਹੋਈ ਸੀ। ਉਸ ਨੂੰ ਦੇਖਦੇ ਹੀ ਮੇਰੀ ਸਾਰੀ ਥਕਾਨ ਦੂਰ ਹੋ ਗਈ। ਪਰ ਜਿੱਦਾਂ ਹੀ ਉਸਨੇ ਕਿਹਾ ਕਿ ਉਸ ਨੂੰ ਆਪਣੇ ਪੇਕੇ ਜਾਣਾ ਹੈ ਅਤੇ ਉਹ ਇਸੇ ਕਰਕੇ ਤਿਆਰ ਹੋਈ ਹੈ ਤਾਂ ਮੇਰਾ ਸਾਰਾ ਮੂਡ ਆਫ ਹੋ ਗਿਆ। ਦੇਖੋ ਕਵਲ, ਤੂੰ ਕੱਲ੍ਹ ਚਲੀ ਜਾਣਾ, ਮੈਂ ਅੱਜ ਬਹੁਤ ਥੱਕ ਗਿਆ ਹਾਂ। ਮੈਂ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜਿੱਦ 'ਤੇ ਅੜੀ ਰਹੀ। ਨਹੀਂ ਕਰਨ, ਮੈਨੂੰ ਆਪਣੀ ਮਾਂ ਦੀ ਬਹੁਤ ਯਾਦ ਆ ਰਹੀ ਹੈ, ਪਲੀਜ਼ ਮੈਨੂੰ ਛੱਡ ਆਓ। ਉਸ ਦੀ ਗੱਲ ਸੁਣ ਕੇ ਮੈਂ ਹਾਂ ਕਹਿ ਦਿੱਤੀ। ਸਾਡੇ ਵਿਆਹ ਨੂੰ ਹਾਲੇ 1 ਮਹੀਨਾ ਹੀ ਹੋਇਆ ਸੀ ਅਤੇ ਉਹ ਲਗਭਗ ਹਰ ਹਫ਼ਤੇ ਹੀ ਪੇਕੇ ਜਾਇਆ ਕਰਦੀ ਸੀ। ਫਿਰ ਵੀ ਉਸ ਦਾ ਦਿਲ ਭਰਦਾ ਨਹੀਂ ਸੀ। ਪਰ ਮੈਂ ਕੀ ਕਰਦਾ, ਮੈਨੂੰ ਕਵਲ ਨਾਲ ਬੇਇੰਤਹਾ ਮੁਹੱਬਤ 'ਚ ਸੀ। ਇਸੇ ਕਰਕੇ ਉਸ ਦੀ ਕਿਸੇ ਵੀ ਗੱਲ ਨੂੰ ਟਾਲਣਾ ਮੁਸ਼ਕਿਲ ਹੋ ਗਿਆ ਸੀ। ਮਜਬੂਰਨ ਮੈਂ ਥੋੜ੍ਹਾ ਇੰਤਜ਼ਾਰ ਕਰਨ ਨੂੰ ਕਿਹਾ ਅਤੇ ਫਰੈਸ਼ ਹੋ ਕੇ ਉਸ ਨੂੰ ਉਸਦੇ ਪੇਕੇ ਛੱਡ ਕੇ ਆ ਗਿਆ। ਉਸਨੇ ਕਿਹਾ ਕਿ ਰਾਤ ਨੂੰ ਮੈਂ ਜਲਦੀ ਲੈਣ ਆ ਜਾਵਾਂ। ਮੈਂ ਜਲਦੀ ਨਾਲ ਵਾਪਸ ਆ ਗਿਆ ਕਿਉਂਕਿ ਮੈਂ ਬਹੁਤ ਥੱਕਿਆ ਹੋਇਆ ਸੀ ਅਤੇ ਅੱਜ ਮੇਰੀ ਤਬੀਅਤ ਵੀ ਕੁਝ ਠੀਕ ਨਹੀਂ ਲੱਗ ਰਹੀ ਸੀ। ਪਰ ਮੈਂ ਕਵਲ ਨੂੰ ਇਸ ਬਾਰੇ ਕੁਝ ਨਾ ਕਹਿ ਪਾਇਆ। ਮੈਂ ਜਿੱਦਾਂ ਹੀ ਆਪਣੇ ਗੇਟ ਦੇ ਸਾਹਮਣੇ ਆਪਣੀ ਕਾਰ ਰੋਕੀ ਤਾਂ ਅਚਾਨਕ ਮੇਰੀ ਨਜ਼ਰ ਮੇਰੇ ਗੁਆਂਢ ਵਾਲੇ ਘਰ ਦੇ ਵੱਲ ਪਈ। ਮੈਨੂੰ ਹੈਰਾਨੀ ਦਾ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਉਹਨਾਂ ਦੀ ਛੱਤ 'ਤੇ ਇੱਕ ਡਰੈਸ ਲਮਕੀ ਹੋਈ ਸੀ ਅਤੇ ਹੂ ਬਹੂ ਉਹੀ ਡਰੈਸ ਮੈਂ ਹੁਣੇ ਕਵਲ ਨੂੰ ਪਹਿਨੇ ਹੋਏ ਦੇਖਿਆ ਸੀ। ਬਿਲਕੁਲ ਉਹੀ ਰੰਗ, ਉਹੀ ਪ੍ਰਿੰਟ। ਮੈਂ ਕਾਫੀ ਦੇਰ ਤੱਕ ਉਸ ਨੂੰ ਦੇਖਦਾ ਰਿਹਾ। ਕਿੱਦਾਂ ਦਾ ਅਜੀਬ ਇਤਫਾਕ ਹੈ। ਮੈਂ ਮਨ ਹੀ ਮਨ ਸੋਚਿਆ ਕਿ ਹੋ ਸਕਦਾ ਹੈ ਕਵਲ ਅਤੇ ਭਾਬੀ ਇਕੱਠੇ ਸ਼ਾਪਿੰਗ 'ਤੇ ਗਏ ਹੋਣ, ਇਸੇ ਕਰਕੇ ਇੱਕੋ ਜਿਹੀ ਇੱਕ ਡਰੈਸ ਲੈ ਆਈ ਹੋਵੇ। ਮੈਂ ਇਹਨਾਂ ਖਿਆਲਾਂ ਵਿੱਚ ਹੀ ਖੋਇਆ ਸੀ ਅਤੇ ਜਿੱਦਾਂ ਚੌਕੀਦਾਰ ਨੇ ਦਰਵਾਜ਼ਾ ਖੋਲ੍ਹਿਆ ਮੈਂ ਕਾਰ ਅੰਦਰ ਲਾ ਕੇ ਆਇਆ ਅਤੇ ਮੈਂ ਨੌਕਰ ਨੂੰ ਕਿਹਾ ਕਿ ਕੋਈ ਵੀ ਮੈਨੂੰ ਡਿਸਟਰਬ ਨਾ ਕਰੇ, ਮੈਂ ਥੋੜ੍ਹੀ ਦੇਰ ਆਰਾਮ ਕਰਨ ਵਾਲਾ ਹਾਂ। ਉਸ ਦਿਨ ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ ਕਿਉਂਕਿ ਅਕਸਰ ਇੱਦਾਂ ਦੇ ਇਤਫਾਕ ਹੁੰਦੇ ਰਹਿੰਦੇ ਨੇ। ਮੈਂ ਰਾਤ ਨੂੰ ਕਵਲ ਨੂੰ ਵਾਪਸ ਲੈ ਆਇਆ ਸੀ ਪਰ ਉਸ ਨੂੰ ਇਹ ਗੱਲ ਦੱਸਣਾ ਭੁੱਲ ਗਿਆ ਸੀ ਕਿ ਇਹੀ ਡਰੈਸ ਸਾਡੀ ਗੁਆਂਢ ਵਾਲੀ ਭਾਬੀ ਦੇ ਕੋਲ ਵੀ ਹੈ। ਪਰ 2 ਦਿਨ ਬਾਅਦ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਕਵਲ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਪੇਕੇ ਜਾਣਾ ਚਾਹੁੰਦੀ ਹੈ ਕਿਉਂਕਿ ਆਂਟੀ ਦੀ ਤਬੀਅਤ ਠੀਕ ਨਹੀਂ ਹੈ। ਇਸ ਕਰਕੇ ਉਹ ਕਾਲੇ ਰੰਗ ਦੀ ਬਹੁਤ ਹੀ ਖੂਬਸੂਰਤ ਡਰੈਸ ਵਿੱਚ ਸੀ। ਮੈਂ ਉਸ ਦੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਿਆ। ਉਹ ਅੱਜ ਵੀ ਬਹੁਤ ਖੂਬਸੂਰਤ ਲੱਗ ਰਹੀ ਸੀ। ਥੋੜ੍ਹੀ ਦੇਰ ਬਾਅਦ ਮੈਂ ਉਸ ਨੂੰ ਉਸਦੇ ਪੇਕੇ ਪਹੁੰਚਾਇਆ ਪਰ ਜਿੱਦਾਂ ਹੀ ਮੈਂ ਘਰ ਪਹੁੰਚਿਆ ਤਾਂ ਮੈਂ ਦੰਗ ਰਹਿ ਗਿਆ ਕਿਉਂਕਿ ਮੇਰੇ ਗੁਆਂਢੀਆਂ ਦੇ ਟੈਰਸ ਅੱਜ ਵੀ ਉਹੀ ਡਰੈਸ ਲਮਕ ਰਹੀ ਸੀ ਜੋ ਅੱਜ ਕਵਲ ਨੇ ਪੇਕੇ ਜਾਣ ਵੇਲੇ ਪਾਇਆ ਹੋਇਆ ਸੀ। ਇੱਦਾਂ ਕਿੱਦਾਂ ਹੋ ਸਕਦਾ ਹੈ, ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਪਰ ਇਸ ਵਾਰ ਮੈਂ ਇਸ ਨੂੰ ਸਿਰਫ ਇਤਫਾਕ ਸਮਝਿਆ ਅਤੇ ਆਪਣੇ ਕੰਮ 'ਤੇ ਲੱਗ ਗਿਆ। ਪਰ ਜਦੋਂ ਤੀਸਰੀ ਵਾਰ ਵੀ ਇੱਦਾਂ ਹੀ ਹੋਇਆ ਤਾਂ ਮੇਰੀ ਸੋਚ ਸ਼ੱਕ ਵਿੱਚ ਬਦਲ ਗਈ ਅਤੇ ਇੱਦਾਂ ਤਾਂ ਨਹੀਂ ਸੀ ਕਿ ਕਵਲ ਪੇਕੇ ਦਾ ਕਹਿ ਕੇ ਮੇਰੇ ਗੁਆਂਢੀ ਦੇ ਘਰ ਜਾਂਦੀ ਹੋਵੇ। ਪਰ ਇੱਦਾਂ ਕਿੱਦਾਂ ਹੋ ਸਕਦਾ ਹੈ, ਮੈਂ ਖੁਦ ਉਸ ਨੂੰ ਹੁਣੇ ਪੇਕੇ ਛੱਡ ਕੇ ਆਇਆ ਸੀ ਅਤੇ ਉਸ ਦਾ ਪੇਕਾ ਘਰ ਕਾਫੀ ਦੂਰ ਵੀ ਸੀ। ਫਿਰ ਇਹ ਸਭ ਇੰਨੀ ਜਲਦੀ ਕਿੱਦਾਂ ਹੋ ਸਕਦਾ ਹੈ। ਪਰ ਉਸ ਦਿਨ ਮੇਰੇ ਕੋਲੋਂ ਰਿਹਾ ਨਾ ਗਿਆ ਅਤੇ ਮੈਂ ਜਗਿਆਸਾ ਦੇ ਮਾਰੇ ਨੇ ਆਪਣੀ ਕਾਰ ਆਪਣੇ ਸਹੁਰਿਆਂ ਦੇ ਵੱਲ ਭਜਾਈ ਅਤੇ ਜਿੱਦਾਂ ਹੀ ਮੈਂ ਉੱਥੇ ਪਹੁੰਚਿਆ ਤੇ ਦੇਖਿਆ ਕਵਲ ਉਸੇ ਡਰੈਸ ਵਿੱਚ ਸੀ ਅਤੇ ਮੈਨੂੰ ਦੇਖ ਕੇ ਹੈਰਾਨ ਰਹਿ ਗਈ। ਕਰਨ, ਤੁਸੀਂ ਅਜੇ ਤੱਕ ਗਏ ਨਹੀਂ? ਉਸਨੇ ਹੈਰਾਨੀ ਨਾਲ ਪੁੱਛਿਆ ਤਾਂ ਮੈਂ ਕੁਝ ਸ਼ਰਮਾ ਅਤੇ ਮਨ ਹੀ ਮਨ ਖੁਦ ਨੂੰ ਟੋਕਣ ਲੱਗਾ। ਮੈਂ ਕਿੰਨੀ ਬੇਵਕੂਫੀ ਭਰੀਆਂ ਗੱਲਾਂ ਸੋਚ ਰਿਹਾ ਸੀ। ਕਵਲ ਦੇ ਮਾਂ-ਬਾਪ ਦਾ ਘਰ ਸਾਡੇ ਘਰ ਤੋਂ ਕਾਫੀ ਦੂਰ ਸੀ। ਭਲਾ ਉਹ ਉੱਥੇ ਕਿੱਦਾਂ ਜਾ ਸਕਦੀ ਹੈ? ਮੈਂ ਮਨ ਹੀ ਮਨ ਆਪਣੇ ਆਪ 'ਤੇ ਲਾਹਨਤਾਂ ਪਾਈਆਂ ਅਤੇ ਘਰ ਵਾਪਸ ਆ ਗਿਆ ਅਤੇ ਧਿਆਨ ਨਾਲ ਆਪਣੇ ਗੁਆਂਢੀ ਰਾਹੁਲ ਦੇ ਘਰ ਦੇ ਵੱਲ ਵੇਖਿਆ। ਉੱਥੇ ਉਹੀ ਡਰੈਸ ਹਜੇ ਲਮਕੀ ਹੋਈ ਸੀ। ਮੈਨੂੰ ਇੱਕ ਪਲ ਦੇ ਲਈ ਵੀ ਚੈਨ ਨਹੀਂ ਆ ਰਿਹਾ ਸੀ। ਇਤਫਾਕ 1-2 ਵਾਰ ਹੋ ਸਕਦਾ ਪਰ ਵਾਰ-ਵਾਰ ਨਹੀਂ। ਮੈਂ ਇਹ ਗੱਲ ਜ਼ੁਬਾਨ 'ਤੇ ਲਿਆਉਣ ਤੋਂ ਡਰਦਾ ਸੀ। ਹਜੇ ਮੇਰੇ ਵਿਆਹ ਨੂੰ ਦਿਨ ਹੀ ਕਿੰਨੇ ਹੋਏ ਸੀ ਅਤੇ ਕਵਲ ਨੂੰ ਮੇਰੀ ਗੱਲ ਤੋਂ ਕਿੰਨੀ ਤਕਲੀਫ ਹੋ ਸਕਦੀ ਹੈ, ਇਹ ਸੋਚ ਕੇ ਮੈਂ ਚੁੱਪ ਹੋ ਗਿਆ। ਮੈਨੂੰ ਉਹ ਦਿਨ ਯਾਦ ਆ ਰਿਹਾ ਸੀ ਜਿਸ ਦਿਨ ਮੇਰਾ ਵਿਆਹ ਹੋਇਆ ਸੀ ਅਤੇ ਮੈਂ ਕਵਲ ਨੂੰ ਦੁਲਹਨ ਬਣਾ ਕੇ ਘਰ ਲੈ ਆਇਆ ਸੀ। ਉਸੇ ਦਿਨ ਮੇਰਾ ਗੁਆਂਢੀ ਰਾਹੁਲ ਮੇਰੇ ਘਰ ਵਧਾਈ ਦੇਣ ਆਇਆ ਅਤੇ ਉਸਨੇ ਮਾਫੀ ਮੰਗੀ ਕਿ ਉਹ ਵਿਆਹ ਵਿੱਚ ਨਹੀਂ ਆ ਪਾਇਆ ਕਿਉਂਕਿ ਅੱਜ ਉਸ ਦਾ ਵੀ ਵਿਆਹ ਸੀ। ਮੈਂ ਹੈਰਾਨੀ ਨਾਲ ਖੁਸ਼ ਹੁੰਦੇ ਹੋਏ ਉਸ ਨੂੰ ਗਲੇ ਲਗਾਇਆ ਅਤੇ ਮੁਬਾਰਕਾਂ ਦਿੱਤੀਆਂ ਅਤੇ ਉਸਨੇ ਲਿਆਂਦੇ ਹੋਏ ਮਿਠਾਈ ਦੇ ਡੱਬੇ ਵਿੱਚੋਂ ਇੱਕ ਲੱਡੂ ਕੱਢ ਕੇ ਜ਼ਬਰਦਸਤੀ ਮੈਨੂੰ ਖਵਾਇਆ। ਉਹ ਤਾਂ ਬਹੁਤ ਖੁਸ਼ ਲੱਗ ਰਿਹਾ ਸੀ ਆਪਣੇ ਵਿਆਹ ਤੋਂ। ਖੈਰ, ਖੁਸ਼ ਤਾਂ ਮੈਂ ਵੀ ਬਹੁਤ ਸੀ। ਮੇਰੀ ਵੀ ਲਵ ਮੈਰਿਜ ਸੀ ਕਵਲ ਨਾਲ। ਜਦੋਂ ਮੈਂ ਪਹਿਲੀ ਵਾਰ ਉਸ ਨੂੰ ਦੇਖਿਆ ਸੀ ਤਾਂ ਉਸ ਸਮੇਂ ਉਸ ਨੂੰ ਦਿਲ ਦੇ ਵਿੱਚ ਬਿਠਾ ਲਿਆ ਸੀ।
ਉਹ ਮੇਰੀ ਸੈਕਟਰੀ ਨੂੰ ਮਿਲਣ ਮੇਰੇ ਆਫਿਸ ਆਈ ਸੀ। ਉਹ ਮੇਰੀ ਸੈਕਟਰੀ ਗਗਨ ਦੀ ਦੋਸਤ ਸੀ ਅਤੇ ਉਹਨਾਂ ਦੋਨਾਂ ਨੂੰ ਸ਼ਾਪਿੰਗ ਤੋਂ ਬਾਅਦ ਇਕੱਠਿਆਂ ਲੰਚ 'ਤੇ ਜਾਣਾ ਸੀ, ਜਿਸ ਦੇ ਲਈ ਗਗਨ ਨੇ ਮੇਰੇ ਕੋਲੋਂ ਪਹਿਲਾਂ ਹੀ ਛੁੱਟੀ ਲੈ ਲਈ ਸੀ। ਸੰਜੋਗ ਨਾਲ ਮੈਨੂੰ ਵੀ ਉਸ ਸਮੇਂ ਕਿਸੇ ਕੰਮ ਦੇ ਕਰਕੇ ਬਾਹਰ ਜਾਣਾ ਸੀ। ਜਿੱਦਾਂ ਹੀ ਮੈਂ ਆਪਣੇ ਕੈਬਿਨ ਤੋਂ ਨਿਕਲਿਆ ਤਾਂ ਮੇਰੀ ਨਜ਼ਰ ਸਿੱਧੀ ਕਵਲ 'ਤੇ ਪਈ ਅਤੇ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ। ਮੈਂ ਨਾ ਚਾਹੁੰਦੇ ਹੋਏ ਵੀ ਉੱਥੋਂ ਨਿਕਲ ਆਇਆ ਅਤੇ ਜਿੱਦਾਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਦੋਨੋਂ ਮੇਰੇ ਪਿੱਛੇ ਹੀ ਗੱਲਾਂ ਕਰਦੀਆਂ ਤੁਰੀਆਂ ਆ ਰਹੀਆਂ ਸੀ। ਕਵਲ ਗਗਨ ਦੀ ਕਿਸੇ ਗੱਲ ਤੋਂ ਖਿਲਖਿਲਾ ਕੇ ਹੱਸੀ ਸੀ ਅਤੇ ਉਸ ਦੇ ਲੰਬੇ ਕਾਲੇ ਵਾਲ ਹਵਾ ਵਿੱਚ ਲਹਿਰਾ ਰਹੇ ਸੀ। ਮੈਂ ਮੌਕਾ ਪਾ ਕੇ ਗਗਨ ਨੂੰ ਕਿਹਾ ਕਿ ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਲਿਫਟ ਦੇ ਸਕਦਾ ਹਾਂ, ਕਿਉਂਕਿ ਮੈਂ ਵੀ ਉਸੇ ਤਰਫ ਜਾਣਾ ਸੀ। ਪਰ ਮੈਂ ਝੂਠ ਬੋਲਿਆ ਸੀ, ਮੈਂ ਦੂਜੇ ਪਾਸੇ ਜਾਣਾ ਸੀ। ਗਗਨ ਬਹੁਤ ਖੁਸ਼ ਹੋਈ ਅਤੇ ਕਵਲ ਦਾ ਹੱਥ ਫੜ ਕੇ ਗੱਡੀ ਵਿੱਚ ਬੈਠ ਗਈ, ਪਰ ਕਵਲ ਝਿਜਕਦੇ ਹੋਏ ਬੈਠੀ। ਮੇਰਾ ਦਿਲ ਤਾਂ ਹਵਾਵਾਂ ਵਿੱਚ ਉੱਡ ਰਿਹਾ ਸੀ। ਮੈਂ ਸ਼ੀਸ਼ੇ ਵਿੱਚੋਂ ਉਸ ਨੂੰ ਹੀ ਦੇਖੀ ਜਾ ਰਿਹਾ ਸੀ ਅਤੇ ਮੈਂ ਉਸੇ ਦਿਨ ਫੈਸਲਾ ਕਰ ਲਿਆ ਸੀ ਕਿ ਮੈਂ ਆਪਣਾ ਜੀਵਨ ਸਾਥੀ ਸਿਰਫ ਕਵਲ ਨੂੰ ਹੀ ਬਣਾਵਾਂਗਾ। ਮੇਰੇ ਕੋਲੋਂ ਸਬਰ ਨਾ ਹੋਇਆ ਤਾਂ ਮੈਂ 2 ਦਿਨਾਂ ਦੇ ਬਾਅਦ ਹੀ ਆਪਣੀ ਸੈਕਟਰੀ ਗਗਨ ਨੂੰ ਸਭ ਕੁਝ ਕਹਿ ਦਿੱਤਾ। ਮੇਰੀਆਂ ਗੱਲਾਂ ਸੁਣ ਕੇ ਗਗਨ ਬਹੁਤ ਖੁਸ਼ ਹੋਈ ਅਤੇ ਉਸਨੇ ਦੱਸਿਆ ਕਿ ਕਵਲ ਇੱਕ ਮਿਡਲ ਕਲਾਸ ਫੈਮਿਲੀ ਤੋਂ ਤਾਲੁਕ ਰੱਖਦੀ ਹੈ ਅਤੇ ਨੌਕਰੀ ਕਰਕੇ ਆਪਣੇ ਮਾਂ-ਬਾਪ ਦੀ ਅਤੇ ਛੋਟੇ ਭੈਣ ਭਰਾ ਦੀ ਦੇਖਭਾਲ ਕਰਦੀ ਹੈ। ਮੈਂ ਕਿਹਾ, ਗਗਨ, ਮੈਨੂੰ ਉਸਦੇ ਬੈਕਗ੍ਰਾਉਂਡ ਨਾਲ ਕੋਈ ਮਤਲਬ ਨਹੀਂ ਹੈ, ਬਸ ਮੈਨੂੰ ਉਹ ਪਸੰਦ ਹੈ। ਮੈਨੂੰ ਦੱਸੋ ਕਿ ਕਦੋਂ ਮੈਂ ਉਹਨਾਂ ਦੇ ਘਰ ਜਾ ਸਕਦਾ ਹਾਂ। ਉਸਨੇ ਮੈਨੂੰ ਬਹੁਤ ਹੀ ਜਲਦੀ ਦੱਸਣ ਦਾ ਵਾਅਦਾ ਕੀਤਾ ਅਤੇ ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਮੈਂ ਆਪਣੀ ਮਾਂ ਨੂੰ ਲੈ ਕੇ ਉਹਨਾਂ ਦੇ ਘਰ ਚਲਾ ਗਿਆ, ਜਿੱਥੇ ਸਾਡਾ ਸਵਾਗਤ ਬਹੁਤ ਚੰਗੇ ਤਰੀਕੇ ਨਾਲ ਕੀਤਾ ਗਿਆ ਅਤੇ ਪਹਿਲੀ ਹੀ ਮੁਲਾਕਾਤ ਵਿੱਚ ਰਿਸ਼ਤਾ ਪੱਕਾ ਹੋ ਗਿਆ। ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਾ ਰਿਹਾ। ਮਾਂ ਤਿਆਰੀਆਂ ਦੇ ਵਿੱਚ ਲੱਗ ਗਈ ਕਿਉਂਕਿ ਉਹ ਮੇਰੇ ਨਾਲ ਨਹੀਂ ਰਹਿੰਦੀ ਸੀ। ਉਹਨਾਂ ਦਾ ਆਪਣੇ ਘਰ ਤੋਂ ਇਲਾਵਾ ਕਿਤੇ ਵੀ ਦਿਲ ਨਹੀਂ ਲੱਗਦਾ ਸੀ, ਜਦੋਂ ਕਿ ਮੈਂ ਨੌਕਰੀ ਦੇ ਚੱਕਰ ਵਿੱਚ ਜਲੰਧਰ ਵਿੱਚ ਰਹਿੰਦਾ ਸੀ, ਜਿੱਥੇ ਬਹੁਤ ਵੱਡੀ ਕੰਪਨੀ ਵਿੱਚ ਮੈਨੂੰ ਇੱਕ ਵੱਡੀ ਪੋਸਟ 'ਤੇ ਰੱਖਿਆ ਗਿਆ ਸੀ ਅਤੇ ਇਹ ਬੰਗਲਾ ਕਾਰ ਸਾਹਿਬ ਉਹਨਾਂ ਦੇ ਵੱਲੋਂ ਹੀ ਸੀ। ਮੈਨੂੰ ਬਹੁਤ ਵਧੀਆ ਪੈਕੇਜ ਦਿੱਤਾ ਜਾਂਦਾ ਸੀ ਅਤੇ ਬੋਨਸ ਵਗੈਰਾ ਵੀ ਮਿਲਦਾ ਸੀ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਸੀ। ਹੁਣ ਜਦੋਂ ਕਵਲ ਵੀ ਮੇਰੀ ਜ਼ਿੰਦਗੀ ਵਿੱਚ ਆ ਗਈ ਤਾਂ ਉਦੋਂ ਤੋਂ ਲੱਗ ਰਿਹਾ ਸੀ ਕਿ ਕੋਈ ਕਮੀ ਨਹੀਂ ਰਹੀ। ਹੁਣ ਜ਼ਿੰਦਗੀ ਵਿੱਚ ਹਰ ਸਮੇਂ ਰੱਬ ਦਾ ਸ਼ੁਕਰੀਆ ਅਦਾ ਕਰਦਾ ਹਾਂ। ਕਵਲ ਵੀ ਮੇਰਾ ਬਹੁਤ ਖਿਆਲ ਰੱਖਿਆ ਕਰਦੀ ਸੀ ਅਤੇ ਉਹ ਹਰ ਪਾਸਿਓਂ ਬਿਹਤਰ ਲਾਈਫ ਪਾਰਟਨਰ ਸਾਬਿਤ ਹੋਈ ਸੀ। ਪਰ ਜਦੋਂ ਤੋਂ ਇਹ ਡਰੈਸ ਵਾਲਾ ਸਿਲਸਿਲਾ ਸ਼ੁਰੂ ਹੋਇਆ ਸੀ, ਮੇਰੀ ਤਾਂ ਰਾਤਾਂ ਦੀ ਨੀਂਦ ਹੀ ਹਰਾਮ ਹੋ ਗਈ ਸੀ। ਹੁਣ ਤਾਂ ਮੈਂ ਕਵਲ ਨਾਲ ਗੱਲ ਵੀ ਨਹੀਂ ਕਰ ਪਾਉਂਦਾ ਸੀ। ਉਹ ਜਦੋਂ ਵੀ ਪੇਕੇ ਜਾਣ ਦਾ ਕਹਿੰਦੀ, ਮੈਨੂੰ ਬਹੁਤ ਗੁੱਸਾ ਆਉਂਦਾ ਸੀ। ਇੱਕ ਦਿਨ ਤਾਂ ਮੈਂ ਚੀਕ ਕੇ ਕਿਹਾ, ਤੂੰ ਸਾਰਾ ਦਿਨ ਮਾਂ ਦੇ ਘਰ ਜਾਣ ਦਾ ਸੋਚਦੀ ਰਹਿੰਦੀ ਹੈ, ਇੱਕ ਵਾਰ ਵੀ ਇਹ ਨਹੀਂ ਸੋਚਦੀ ਕਿ ਮੈਂ ਕੀ ਚਾਹੁੰਦਾ ਹਾਂ। ਮੇਰੀ ਆਵਾਜ਼ ਉੱਚੀ ਹੋ ਗਈ, ਜਿਸ ਨੂੰ ਸੁਣ ਕੇ ਉਹ ਡਰ ਗਈ। ਉਹ ਅਚਾਨਕ ਰੋਣ ਲੱਗ ਗਈ। ਉਸ ਦੇ ਖੂਬਸੂਰਤ ਚਿਹਰੇ 'ਤੇ ਡਰ ਦੇ ਨਿਸ਼ਾਨ ਸੀ, ਜਿੱਦਾਂ ਉਸਨੇ ਕੋਈ ਭੂਤ ਦੇਖ ਲਿਆ ਹੋਵੇ। ਮੇਰਾ ਦਿਲ ਉਸ ਨੂੰ ਇਸ ਤਰ੍ਹਾਂ ਦੇਖ ਕੇ ਪਿਘਲ ਗਿਆ ਅਤੇ ਮੈਂ ਆਪਣੇ ਇਸ ਰਵੱਈਏ ਦੇ ਲਈ ਮਾਫ਼ੀ ਵੀ ਮੰਗੀ। ਕੁਝ ਹੀ ਦੇਰ ਬਾਅਦ ਉਸ ਨੂੰ ਪੇਕੇ ਛੱਡ ਆਇਆ, ਪਰ ਘਰ ਆਉਂਦੇ ਹੀ ਉਹੀ ਡਰੈਸ ਮੈਨੂੰ ਰਾਹੁਲ ਦੇ ਘਰ ਲਮਕਿਆ ਦਿਖਿਆ। ਮੈਨੂੰ ਡਰ ਲੱਗਣ ਲੱਗ ਪਿਆ। ਇੱਦਾਂ ਲੱਗ ਰਿਹਾ ਸੀ ਜਿੱਦਾਂ ਕੋਈ ਮੇਰੇ ਸਿਰ 'ਤੇ ਹਥੌੜੇ ਮਾਰਿਆ ਹੋਵੇ। ਹਰ ਵਾਰ ਮੈਂ ਸੱਚਾਈ ਜਾਣਨ ਦੇ ਲਈ ਵਾਪਸ ਆਪਣੇ ਸਹੁਰੇ ਘਰ ਜਾਂਦਾ ਅਤੇ ਕਵਲ ਤੇ ਉਸ ਦੇ ਘਰ ਵਾਲੇ ਬਹੁਤ ਹੀ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਵੇਖਦੇ। ਮੈਂ ਕੋਈ ਨਾ ਕੋਈ ਬਹਾਨਾ ਲਗਾ ਕੇ ਉਲਟੇ ਪੈਰੀ ਵਾਪਸ ਆ ਜਾਂਦਾ। ਕੀ ਹੋ ਰਿਹਾ ਸੀ ਮੇਰੇ ਨਾਲ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਹੁਣ ਤਾਂ ਕਵਲ ਵੀ ਮੇਰੇ ਨਾਲ ਨਾਰਾਜ਼ ਰਹਿਣ ਲੱਗ ਪਈ। ਮੈਂ ਸਾਰਾ ਦਿਨ ਚਿੜਚਿੜਾ ਜਿਹਾ ਰਹਿਣ ਲੱਗਾ ਸੀ। ਆਫਿਸ ਵਿੱਚ ਵੀ ਲੋਕ ਮੇਰੀ ਸ਼ਿਕਾਇਤ ਕਰਨ ਲੱਗ ਪਏ ਸੀ। ਜੇਕਰ ਇਹ ਨੌਕਰੀ ਚਲੀ ਗਈ ਤਾਂ ਮੈਂ ਕਿਸੇ ਜੋਗਾ ਨਾ ਰਹਿੰਦਾ। ਇਸੇ ਕਰਕੇ ਮੈਨੂੰ ਆਪਣੇ ਦਿਲ ਅਤੇ ਦਿਮਾਗ ਨੂੰ ਤਰੋਤਾਜ਼ਾ ਕਰਨਾ ਪੈਂਦਾ। ਪਰ ਜਿਸ ਦੇ ਦਿਲੋਂ ਦਿਮਾਗ ਵਿੱਚ ਇੰਨਾ ਤੂਫਾਨ ਚੱਲਦਾ ਹੋਵੇ, ਉਹ ਭਲਾ ਠੀਕ ਕਿੱਦਾਂ ਰਹਿ ਸਕਦਾ ਸੀ? ਮਜਬੂਰਨ ਮੈਂ ਬਿਮਾਰੀ ਦਾ ਬਹਾਨਾ ਕਰਕੇ 2 ਹਫ਼ਤਿਆਂ ਦੀ ਛੁੱਟੀ ਲੈ ਲਈ। ਉਹਨਾਂ ਦਿਨਾਂ ਵਿੱਚ ਮੈਂ ਨੋਟਿਸ ਕੀਤਾ ਕਿ ਕਵਲ ਚਿੰਤਿਤ ਲੱਗ ਰਹੀ ਸੀ, ਕਦੀ-ਕਦੀ ਕੁਝ ਪਰੇਸ਼ਾਨ ਅਤੇ ਚਿੰਤਾ ਲੱਗ ਰਹੀ ਸੀ। ਮੈਨੂੰ ਲੱਗਦਾ ਉਹ ਹਰ ਰਾਤ ਨੂੰ ਕਮਰੇ ਵਿੱਚੋਂ ਕਿਤੇ ਜਾਂਦੀ ਹੈ ਅਤੇ ਜਦੋਂ ਮੈਂ ਉੱਠ ਕੇ ਸਾਰੇ ਘਰ ਵਿੱਚ ਉਸ ਨੂੰ ਲੱਭਦਾ ਤਾਂ ਉਹ ਕਿਤੇ ਨਾ ਮਿਲਦੀ। ਪਰ ਜਿੱਦਾਂ ਹੀ ਮੈਂ ਕਮਰੇ ਵਿੱਚ ਵਾਪਸ ਆਉਂਦਾ ਤਾਂ ਉਹ ਬੈੱਡ 'ਤੇ ਸੋ ਰਹੀ ਹੁੰਦੀ ਸੀ। ਇੱਕ ਰਾਤ ਮੈਂ ਉਸ ਨੂੰ ਜਗਾਇਆ, ਕਵਲ, ਤੂੰ ਕਿੱਥੇ ਚਲੀ ਗਈ ਸੀ? ਉਦੋਂ ਉਸਨੇ ਹੈਰਾਨੀ ਨਾਲ ਮੇਰੇ ਵੱਲ ਵੇਖਿਆ। ਕਰਨ, ਤੁਹਾਨੂੰ ਦਿਖਾਈ ਨਹੀਂ ਦਿੰਦਾ? ਮੈਂ ਤਾਂ ਸੋ ਰਹੀ ਸੀ, ਬਲਕਿ ਬਾਹਰੋਂ ਤਾਂ ਤੁਸੀਂ ਆ ਰਹੇ ਹੋ। ਸ਼ਾਇਦ ਉਹ ਉਲਟਾ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖ ਰਹੀ ਸੀ। ਇਸ ਗੱਲ 'ਤੇ ਮੈਂ ਚੁੱਪ ਹੋ ਗਿਆ ਅਤੇ ਕੋਈ ਵੀ ਜਵਾਬ ਦਿੱਤੇ ਬਿਨਾਂ ਆਪਣੀ ਜਗ੍ਹਾ 'ਤੇ ਲੇਟ ਗਿਆ। ਹੋ ਸਕਦਾ ਹੈ ਮੈਂ ਕੋਈ ਸੁਪਨਾ ਦੇਖਿਆ ਹੋਵੇ। ਉਸ ਦਿਨ ਤੋਂ ਬਾਅਦ ਕਵਲ ਉਖੜੀ ਜਿਹੀ ਰਹਿਣ ਲੱਗੀ ਸੀ। ਮੈਂ ਉਸ ਨੂੰ ਕਈ ਵਾਰ ਪੁੱਛਿਆ ਕਿ ਪਰੇਸ਼ਾਨੀ ਕੀ ਹੈ।
ਤਾਂ ਉਹ ਅਜੀਬ ਜਿਹੀਆਂ ਨਜ਼ਰਾਂ ਨਾਲ ਮੈਨੂੰ ਵੇਖਦੀ ਅਤੇ ਕਹਿੰਦੀ, ਕੀ ਹੋਇਆ ਕਰਨ? ਮੈਨੂੰ ਤੁਹਾਡੀ ਦਿਮਾਗੀ ਹਾਲਤ ਠੀਕ ਨਹੀਂ ਲੱਗਦੀ। ਉਸਦੀ ਇਸ ਤਰ੍ਹਾਂ ਦੇਖਣ 'ਤੇ ਮੈਂ ਆਪਣਾ ਸਿਰ ਫੜ ਲਿਆ। ਉਹ ਠੀਕ ਹੀ ਤਾਂ ਕਹਿ ਰਹੀ ਸੀ। ਮੈਂ ਅੱਜ ਕੱਲ੍ਹ ਉਲਟੀਆਂ ਸਿੱਧੀਆਂ ਗੱਲਾਂ ਹੀ ਤਾਂ ਕਰਦਾ ਰਹਿੰਦਾ ਸੀ, ਪਰ ਇਸ ਵਾਰ ਮੈਂ ਸੋਚ ਲਿਆ ਸੀ ਕਿ ਇਸ ਰਾਜ ਨੂੰ ਸੁਲਝਾਉਣਾ ਹੀ ਪਵੇਗਾ। ਅਤੇ ਜਿੱਦਾਂ ਹੀ ਮੈਂ ਕਵਲ ਨੂੰ ਪੇਕੇ ਛੱਡ ਕੇ ਵਾਪਸ ਆਇਆ ਤਾਂ ਵੇਖਿਆ ਕਿ ਰੋਜ਼ ਦੀ ਤਰ੍ਹਾਂ ਉਹੀ ਲਾਲ ਜੋੜਾ ਰਾਹੁਲ ਦੇ ਘਰ ਦੀ ਛੱਤ 'ਤੇ ਲਮਕਿਆ ਹੋਇਆ ਸੀ। ਕੁਝ ਸੋਚ ਕੇ ਮੈਂ ਅੰਦਰ ਗਿਆ ਅਤੇ ਪੌੜੀਆਂ ਚੜ੍ਹ ਕੇ ਸਿੱਧਾ ਛੱਤ 'ਤੇ ਆ ਗਿਆ। ਮੇਰੀ ਅਤੇ ਰਾਹੁਲ ਦੀ ਛੱਤ ਬਿਲਕੁਲ ਜੁੜੀ ਹੋਈ ਸੀ। ਮੈਂ ਚਾਰੇ ਪਾਸੇ ਦੇਖਣ ਤੋਂ ਬਾਅਦ ਉਸਦੀ ਛੱਤ 'ਤੇ ਗਿਆ ਅਤੇ ਤਾਰ 'ਤੇ ਟੰਗੇ ਹੋਏ ਕੱਪੜਿਆਂ ਨੂੰ ਹੱਥ ਲਗਾ ਕੇ ਦੇਖਿਆ ਤਾਂ ਉਹ ਤਾਜ਼ੇ ਹੀ ਧੁਲੇ ਹੋਏ ਸੀ। ਉਹਨਾਂ ਵਿੱਚੋਂ ਪਾਣੀ ਟਪਕ ਰਿਹਾ ਸੀ। ਮੈਂ ਕਮੀਜ਼ ਵਾਲੇ ਹਿੱਸੇ ਨੂੰ ਵਿਚਕਾਰੋਂ ਫਾੜ ਦਿੱਤਾ ਅਤੇ ਉਹਨਾਂ ਕੱਪੜਿਆਂ ਨਫ਼ਰਤ ਦੇ ਨਾਲ ਦੇਖਣ ਲੱਗ ਪਿਆ, ਜਿਨ੍ਹਾਂ ਨੇ ਮੈਨੂੰ ਬਹੁਤ ਤੜਫਾਇਆ ਹੋਇਆ ਸੀ। ਮੇਰੇ ਪੂਰੇ ਸਰੀਰ ਵਿੱਚ ਅੱਗ ਲੱਗੀ ਹੋਈ ਸੀ। ਮੈਂ ਜਿੱਦਾਂ ਹੀ ਵਾਪਸ ਆਇਆ ਸੀ ਉੱਦਾਂ ਹੀ ਵਾਪਸ ਚਲਾ ਗਿਆ ਅਤੇ ਫਿਰ ਤੋਂ ਆਪਣੇ ਸਹੁਰਿਆਂ ਦੇ ਪਿੰਡ ਨੂੰ ਕਾਰ ਦੌੜਾਈ। ਮੈਂ ਅੱਜ ਸੱਚਾਈ ਦਾ ਪਤਾ ਲਗਾਉਣਾ ਸੀ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਸੀ। ਮੈਂ ਜਿੱਦਾਂ ਹੀ ਕਵਲ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕਵਲ ਨੇ ਹੀ ਦਰਵਾਜ਼ਾ ਖੋਲ੍ਹਿਆ। ਉਹ ਮੈਨੂੰ ਦੇਖ ਕੇ ਹੈਰਾਨ ਨਹੀਂ ਹੋਈ, ਕਿਉਂਕਿ ਮੈਂ ਹਮੇਸ਼ਾ ਹੀ ਵਾਪਸ ਆ ਜਾਂਦਾ ਸੀ, ਪਰ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਸ ਦੀ ਕਮੀਜ਼ ਦਾ ਦਾਮਨ ਵਿਚਕਾਰੋਂ ਫਟਿਆ ਹੋਇਆ ਸੀ, ਬਿਲਕੁਲ ਉੱਦਾਂ ਹੀ ਜਿੱਦਾਂ ਮੈਂ ਫਾੜਿਆ ਸੀ। ਇਹ ਵੇਖ ਕੇ ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਆਪਣੀ ਹੋਸ਼ੋ-ਹਵਾਸ ਖੋ ਬੈਠਾ ਅਤੇ ਬਿਨਾਂ ਸੋਚੇ ਸਮਝੇ ਕਵਲ ਦੇ ਇੱਕ ਥੱਪੜ ਮਾਰ ਦਿੱਤਾ। ਉਹ ਇਸ ਹਮਲੇ ਲਈ ਤਿਆਰ ਹੀ ਨਹੀਂ ਸੀ ਅਤੇ ਚਕਰਾ ਕੇ ਡਿੱਗ ਗਈ ਅਤੇ ਜ਼ੋਰ-ਜ਼ੋਰ ਦੀ ਚੀਕ ਕੇ ਸਾਰਿਆਂ ਨੂੰ ਬੁਲਾਉਣ ਲੱਗ ਪਈ। ਉਸ ਦੇ ਇਸ ਤਰ੍ਹਾਂ ਚੀਕਣ ਨਾਲ ਸਾਰੇ ਦੇ ਸਾਰੇ ਇਕੱਠੇ ਹੋ ਗਏ ਅਤੇ ਮੈਨੂੰ ਕੁਝ ਦਿਖਾਈ ਹੀ ਨਹੀਂ ਦੇ ਰਿਹਾ ਸੀ। ਮੈਂ ਉਸ ਦਾ ਹੱਥ ਫੜਿਆ ਅਤੇ ਕਿਹਾ, ਚਲੋ ਮੇਰੇ ਨਾਲ। ਮੈਂ ਵੀ ਉੱਚੀ ਆਵਾਜ਼ ਵਿੱਚ ਚੀਕ ਕੇ ਕਿਹਾ। ਮੇਰੀ ਸੱਸ ਅਤੇ ਮੇਰਾ ਸਹੁਰਾ ਹੈਰਾਨ ਪਰੇਸ਼ਾਨ ਹੋ ਕੇ ਪੁੱਛਣ ਲੱਗ ਪਏ ਕਿ ਕੀ ਹੋ ਗਿਆ ਬੇਟਾ? ਮੇਰਾ ਸਾਹ ਫੁੱਲ ਰਿਹਾ ਸੀ। ਮੈਂ ਕਿਹਾ, ਤੁਸੀਂ ਇਹ ਸਭ ਆਪਣੀ ਬੇਟੀ ਨੂੰ ਕਿਉਂ ਨਹੀਂ ਪੁੱਛਦੇ? ਕਿਸ ਨੂੰ ਬੇਵਕੂਫ ਬਣਾ ਰਹੀ ਹੈ? ਪਰ ਬੇਟਾ, ਇਸਨੇ ਕੀਤਾ ਕੀ ਹੈ? ਮੇਰੇ ਸਹੁਰੇ ਨੇ ਮੇਰਾ ਹੱਥ ਫੜ ਕੇ ਨਰਮੀ ਦੇ ਨਾਲ ਪੁੱਛਿਆ। ਮੈਂ ਕਿਹਾ, ਇਸ ਨੂੰ ਪੁੱਛੋ, ਇਸ ਦੀ ਕਮੀਜ਼ ਕਿੱਦਾਂ ਫਟੀ? ਮੇਰੀਆਂ ਗੱਲਾਂ ਤੋਂ ਉਹ ਸਭ ਹੈਰਾਨ ਹੋ ਕੇ ਇੱਕ ਦੂਸਰੇ ਵੱਲ ਦੇਖ ਰਹੇ ਸੀ ਅਤੇ ਬੋਲੇ, ਪਰ ਇਸ ਦੀ ਕਮੀਜ਼ ਤਾਂ ਹੁਣੇ-ਹੁਣੇ ਗੇਟ ਤੋਂ ਅੰਦਰ ਆਉਂਦੇ ਹੋਏ ਦਰਵਾਜ਼ੇ 'ਤੇ ਲੱਗੀ ਕਿੱਲ ਵਿੱਚ ਫਸ ਕੇ ਫਟੀ ਹੈ। ਕਵਲ ਹਜੇ ਤੱਕ ਵੀ ਜ਼ਮੀਨ 'ਤੇ ਬੈਠ ਕੇ ਅੱਥਰੂ ਬਹਾ ਰਹੀ ਸੀ। ਇਹ ਨਹੀਂ ਹੋ ਸਕਦਾ, ਤੁਸੀਂ ਸਾਰੇ ਇਸ ਦੇ ਨਾਲ ਮਿਲੇ ਹੋ। ਇਹ ਨਹੀਂ ਹੋ ਸਕਦਾ, ਤੁਸੀਂ ਸਾਰੇ ਇਸ ਦੇ ਨਾਲ ਮਿਲੇ ਹੋ। ਇਸ ਦੇ ਝੂਠ ਵਿੱਚ ਤੁਸੀਂ ਸਭ ਇਸ ਦਾ ਸਾਥ ਦੇ ਰਹੇ ਹੋ। ਮੈਂ ਆਪਣੇ ਆਪੇ ਤੋਂ ਬਾਹਰ ਹੋ ਚੁੱਕਿਆ ਸੀ ਅਤੇ ਕਵਲ ਨੂੰ ਜ਼ਬਰਦਸਤੀ ਘੜੀਸਦਾ ਹੋਇਆ ਉੱਥੋਂ ਲੈ ਆਇਆ। ਕਵਲ ਪੂਰੇ ਰਸਤੇ ਰੋਂਦੀ ਰਹੀ, ਪਰ ਮੈਨੂੰ ਹੁਣ ਉਸ ਉੱਪਰ ਜ਼ਰਾ ਵੀ ਦਇਆ ਨਹੀਂ ਆ ਰਹੀ ਸੀ। ਪਰ ਘਰ ਪਹੁੰਚ ਕੇ ਮੈਂ ਉਸ ਨੂੰ ਉਸਦੇ ਵਾਲਾਂ ਤੋਂ ਫੜਿਆ ਅਤੇ ਬੋਲਿਆ, ਦੱਸੋ ਕੀ ਚੱਕਰ ਚੱਲ ਰਿਹਾ ਤੇਰਾ ਅਤੇ ਰਾਹੁਲ ਦਾ? ਇਹ ਤੁਸੀਂ ਕੀ ਕਹਿ ਰਹੇ ਹੋ? ਉਹ ਚੀਕ ਰਹੀ ਸੀ, ਪਰ ਮੈਨੂੰ ਪਰਵਾਹ ਨਹੀਂ ਸੀ। ਮੇਰੀ ਗੱਲ ਸੁਣ ਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਇਹ ਕੀ ਪਾਗਲਪਨ ਹੈ? ਤੁਸੀਂ ਇੱਦਾਂ ਗਲਤ ਕਿੱਦਾਂ ਸੋਚ ਸਕਦੇ ਹੋ? ਉਹ ਚੀਕੀ ਚਲਾਈ, ਪਰ ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਸੀ। ਮੈਂ ਕੋਈ ਗਿਰਿਆ ਹੋਇਆ ਇਨਸਾਨ ਨਹੀਂ ਸੀ ਜੋ ਅੱਖੀ ਦੇਖੀ ਮੱਖੀ ਖਾ ਜਾਂਦਾ, ਪਰ ਉਹ ਲਗਾਤਾਰ ਇਨਕਾਰ ਕਰਦੀ ਰਹੀ। ਮੇਰਾ ਗੁੱਸੇ ਨਾਲ ਬੁਰਾ ਹਾਲ ਸੀ। ਮੈਂ ਉਸ ਨੂੰ ਕਿਹਾ, ਜੇਕਰ ਮੈਨੂੰ ਸੱਚ ਦੱਸ ਦੇਵੇਂਗੀ ਤਾਂ ਮੈਂ ਉਸ ਨੂੰ ਕੁਝ ਨਹੀਂ ਕਹਾਂਗਾ। ਮੈਨੂੰ ਲੱਗ ਰਿਹਾ ਸੀ ਕਿ ਮੇਰੇ ਦਿਮਾਗ ਦੀਆਂ ਨਸਾਂ ਫਟ ਜਾਣਗੀਆਂ ਅਤੇ ਉਦੋਂ ਹੀ ਅਚਾਨਕ ਮੈਂ ਦੇਖਿਆ ਕਿ ਉੱਥੇ ਪੁਲਿਸ ਪਹੁੰਚ ਗਈ। ਉਹਨਾਂ ਵਿੱਚੋਂ ਇੱਕ ਮਹਿਲਾ ਕਾਂਸਟੇਬਲ ਨੇ ਆਉਂਦੇ ਹੀ ਕਵਲ ਨੂੰ ਮੇਰੇ ਹੱਥਾਂ ਤੋਂ ਛੁਡਾਇਆ ਅਤੇ ਸੋਫੇ 'ਤੇ ਬਿਠਾ ਦਿੱਤਾ ਅਤੇ ਉਸ ਦਾ ਬਿਆਨ ਲੈਣ ਲੱਗ ਪਈ। ਜਦੋਂ ਕਿ ਮੈਨੂੰ ਹੱਥਕੜੀ ਪਾ ਦਿੱਤੀ, ਮੈਂ ਚੀਕਿਆ, ਇਹ ਸਭ ਕੀ ਹੈ? ਇਹ ਤਾਂ ਪੁੱਤ ਤੈਨੂੰ ਥਾਣੇ ਜਾ ਕੇ ਪਤਾ ਲੱਗਣਾ। ਉਹ ਪੁਲਿਸ ਵਾਲਾ ਹੱਸਣ ਲੱਗਾ ਅਤੇ ਮੈਨੂੰ ਘੜੀਸਦੇ ਹੋਏ ਪੁਲਿਸ ਦੀ ਗੱਡੀ ਵਿੱਚ ਬਿਠਾਇਆ, ਜਦੋਂ ਕਿ ਜਾਂਦੇ ਵਕਤ ਮੇਰੇ ਕੰਨਾਂ ਵਿੱਚ ਕਵਲ ਦੀ ਆਵਾਜ਼ ਲਗਾਤਾਰ ਗੂੰਜਦੀ ਜਾ ਰਹੀ ਸੀ, ਇਹ ਮੇਰਾ ਪਤੀ ਪਾਗਲ ਹੈ। ਪਹਿਲੇ ਦਿਨ ਤੋਂ ਹੀ ਇਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਆ ਰਹੇ ਨੇ। ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਨੂੰ ਮੈਂ ਦਿਲੋਂ ਜਾਣ ਤੋਂ ਚਾਹਿਆ ਸੀ, ਉਹ ਇਹ ਕੀ ਕਹਿ ਰਹੀ ਸੀ। ਹਵਾਲਾਤ ਵਿੱਚ ਅੱਜ ਮੇਰਾ ਦੂਜਾ ਦਿਨ ਸੀ ਅਤੇ ਕਵਲ ਨੇ ਮੇਰੀ ਕੋਈ ਖਬਰ ਤੱਕ ਨਾ ਲਈ। ਮੈਨੂੰ ਪਤਾ ਲੱਗਾ ਕਿ ਉਸ ਰਾਤ ਪੁਲਿਸ ਨੂੰ ਫੋਨ ਮੇਰੇ ਗੁਆਂਢੀ ਰਾਹੁਲ ਨੇ ਕੀਤਾ ਸੀ, ਜਿਸ ਦੀ ਵਜ੍ਹਾ ਨਾਲ ਹੀ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ ਸੀ। ਇਹ ਸਭ ਕੀ ਹੋ ਰਿਹਾ ਸੀ? ਮੈਂ ਬਹੁਤ ਹੈਰਾਨ ਹੋਇਆ। ਕਵਲ ਨੇ ਮੇਰੇ ਉੱਪਰ ਕੇਸ ਫਾਈਲ ਕੀਤਾ ਸੀ ਅਤੇ ਨਾ ਜਾਣੇ ਕੀ ਆਰੋਪ ਮੇਰੇ ਉੱਪਰ ਲਗਾਏ ਸੀ। ਮੇਰੇ ਘਰ ਵਾਲੇ ਬਹੁਤ ਕੋਸ਼ਿਸ਼ ਕਰ ਰਹੇ ਸੀ, ਪਰ ਜ਼ਮਾਨਤ ਨਹੀਂ ਹੋ ਪਾ ਰਹੀ ਸੀ। ਮਾਮਲੇ ਦੇ ਅਨੁਸਾਰ ਮੇਰਾ ਮੈਡੀਕਲ ਚੈੱਕਅਪ ਹੋਣਾ ਸੀ। ਰਿਪੋਰਟ ਆਉਣ ਤੋਂ ਬਾਅਦ ਹੀ ਮੇਰੀ ਜ਼ਮਾਨਤ ਹੋ ਸਕਦੀ ਸੀ ਅਤੇ 2 ਦਿਨ ਬਾਅਦ ਦਿਮਾਗ ਦੇ ਡਾਕਟਰ ਨੇ ਮੈਨੂੰ ਸਵਾਲ ਪੁੱਛੇ ਅਤੇ ਮੈਂ ਉਹਨਾਂ ਨੂੰ ਸਾਰਾ ਕਿੱਸਾ ਸੁਣਾ ਦਿੱਤਾ, ਜਿਸ ਨੂੰ ਸੁਣ ਕੇ ਉਹ ਵੀ ਮੈਨੂੰ ਇੱਦਾਂ ਦੀਆਂ ਨਜ਼ਰਾਂ ਨਾਲ ਦੇਖਣ ਲੱਗੇ ਜਿੱਦਾਂ ਮੈਂ ਕੋਈ ਪਾਗਲ ਹੋਵਾਂ।
ਉਹਨਾਂ ਦੇ ਇੱਦਾਂ ਦੇਖਣ ਨਾਲ ਮੈਨੂੰ ਬਹੁਤ ਗੁੱਸਾ ਆਇਆ ਅਤੇ ਮੈਂ ਉਹਨਾਂ ਨੂੰ ਕਿਹਾ, ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਪਾਗਲ ਹਾਂ? ਉਹ ਮੈਨੂੰ ਸਮਝਾਉਣ ਲੱਗੇ ਕਿ ਦੇਖੋ ਮਿਸਟਰ ਕਰਨ, ਤੁਸੀਂ ਜੋ ਵੀ ਕਿੱਸਾ ਦੱਸ ਰਹੇ ਹੋ ਉਹ ਨਾਮੁਮਕਿਨ ਜਿਹੀ ਗੱਲ ਹੈ। ਇਤਫਾਕ ਇੱਕ ਜਾਂ ਦੋ ਵਾਰ ਹੋ ਸਕਦਾ ਹੈ, ਪਰ ਵਾਰ-ਵਾਰ ਨਹੀਂ ਹੋ ਸਕਦਾ। ਉਹ ਆਰਾਮ ਨਾਲ ਕਹਿ ਰਹੇ ਸੀ, ਪਰ ਮੇਰੇ ਸਾਹਾਂ ਦੀ ਗਤੀ ਵੱਧ ਰਹੀ ਸੀ। ਡਾਕਟਰ ਸਾਹਿਬ, ਇਹੀ ਤਾਂ ਮੈਂ ਕਹਿ ਰਿਹਾ ਹਾਂ ਕਿ ਉਹ ਇਤਫਾਕ ਨਹੀਂ ਸੀ। ਮੈਂ ਆਪਣੇ ਆਪ 'ਤੇ ਕਾਬੂ ਨਹੀਂ ਕਰ ਪਾ ਰਿਹਾ ਸੀ। ਇਸ ਕਰਕੇ ਡਾਕਟਰ ਸਾਹਿਬ ਨੇ ਮੇਰੀ ਹਾਂ ਵਿੱਚ ਹਾਂ ਮਿਲਾ ਕੇ ਮੈਨੂੰ ਖਾਮੋਸ਼ ਕਰ ਦਿੱਤਾ ਸੀ, ਜਦੋਂ ਕਿ ਆਪਣੀ ਰਿਪੋਰਟ ਵਿੱਚ ਉਹਨਾਂ ਨੇ ਮੈਨੂੰ ਮਾਨਸਿਕ ਰੋਗੀ ਹੀ ਲਿਖ ਦਿੱਤਾ ਸੀ, ਜਿਸ ਦੇ परिणाम ਸਪਨ ਜੱਜ ਨੇ ਮੈਨੂੰ 2 ਮਹੀਨੇ ਦੇ ਲਈ ਮੈਂਟਲ ਹਸਪੀਟਲ ਵਿੱਚ ਭੇਜ ਦਿੱਤਾ। ਮੈਂ ਚੀਕਦਾ ਚਿਲਾਉਂਦਾ ਰਿਹਾ ਕਿ ਮੈਂ ਪਾਗਲ ਨਹੀਂ ਹਾਂ, ਪਰ ਉੱਥੇ ਕਿਸੇ ਨੂੰ ਕੋਈ ਫਰਕ ਨਾ ਪਿਆ। ਸਭ ਲੋਕ ਮੈਨੂੰ ਤਰਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸੀ। ਮੈਨੂੰ ਹਸਪਤਾਲ ਵਿੱਚ ਹਰ ਜਗ੍ਹਾ ਤੋਂ ਇਹ ਸੁਣਨਾ ਪਿਆ ਕਿ ਵਿਚਾਰਾ ਕਿੰਨਾ ਸੁੰਦਰ ਨੌਜਵਾਨ ਹੈ। ਦੇਖੋ, ਨਾ ਜਾਣੇ ਕੀ ਸਦਮਾ ਲੱਗਾ ਕਿ ਆਪਣੇ ਹੋਸ਼ ਖੋ ਬੈਠਾ। ਇਹਨਾਂ 2 ਮਹੀਨਿਆਂ ਵਿੱਚ ਜੋ ਕੁਝ ਵੀ ਮੇਰੇ ਨਾਲ ਹੋਇਆ ਉਹ ਮੇਰੀ ਸਮਝ ਤੋਂ ਬਾਹਰ ਸੀ। ਸ਼ਾਇਦ ਮੈਂ ਸੱਚਮੁੱਚ ਪਾਗਲ ਹੋ ਚੁੱਕੀ। ਮੈਨੂੰ ਪਾਗਲਖਾਨੇ ਵਿੱਚ 1 ਹਫ਼ਤਾ ਹੋ ਚੁੱਕਿਆ ਸੀ। ਜਦੋਂ ਮੈਂ ਮੁਲਾਕਾਤ ਵਾਲੀ ਜਗ੍ਹਾ 'ਤੇ ਪਹੁੰਚਿਆ ਤਾਂ ਉੱਥੇ ਰਾਹੁਲ ਅਤੇ ਕਵਲ ਨੂੰ ਵੇਖ ਕੇ ਮੈਨੂੰ ਜ਼ੋਰ ਦਾ ਝਟਕਾ ਲੱਗਾ। ਤੁਸੀਂ ਦੋਨੇ ਇਕੱਠੇ? ਮੈਂ ਬਸ ਇੰਨਾ ਹੀ ਕਹਿ ਸਕਿਆ ਸੀ। ਹਾਂ ਕਰਨ, ਅਸੀਂ ਦੋਨੇ ਇਕੱਠੇ ਇਸ ਕਰਕੇ ਆਏ ਹਾਂ ਤਾਂ ਕਿ ਤੈਨੂੰ ਤੇਰੀ ਗਲਤੀ ਦੱਸ ਸਕੀਏ। ਉਹ ਮੁਸਕਰਾਇਆ। ਤੈਨੂੰ ਜੋਤੀ ਯਾਦ ਹੈ? ਉਸਨੇ ਅਚਾਨਕ ਪੁੱਛਿਆ। ਕੌਣ ਜੋਤੀ? ਮੈਂ ਹੈਰਾਨੀ ਨਾਲ ਪੁੱਛਿਆ। ਹਾਂ, ਤੈਨੂੰ ਕਿੱਦਾਂ ਯਾਦ ਹੋਣਾ ਭਲਾ, ਕਿਉਂਕਿ ਤੂੰ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ ਨਾ ਜਾਣੇ ਕਿੰਨੀਆਂ ਕੁੜੀਆਂ ਨੂੰ ਇਸ਼ਕ ਦੇ ਜਾਲ ਵਿੱਚ ਫਸਾਇਆ ਹੋਣਾ। ਉਹਨਾਂ ਵਿੱਚੋਂ ਇੱਕ ਜੋਤੀ ਵੀ ਸੀ, ਜੋ ਕਿ ਮੇਰੀ ਛੋਟੀ ਭੈਣ ਸੀ ਅਤੇ ਉਹ ਦੂਸਰੀਆਂ ਲੜਕੀਆਂ ਤੋਂ ਬਹੁਤ ਅਲੱਗ ਸੀ। ਉਹ ਤੇਰੇ ਟਾਈਮ ਪਾਸ ਨੂੰ ਸੱਚੀ ਮੁਹੱਬਤ ਸਮਝ ਬੈਠੀ ਅਤੇ ਤੂੰ ਉਸ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਦੋਂ ਉਸ ਮਾਸੂਮ ਲੜਕੀ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਉਹ ਬਚ ਤਾਂ ਗਈ ਪਰ ਹਮੇਸ਼ਾ ਦੇ ਲਈ ਅਪਾਹਿਜ ਹੋ ਗਈ। ਹੁਣ ਤੱਕ ਉਹ ਦਵਾਈਆਂ ਦੇ ਸਹਾਰੇ ਹੀ ਜਿੰਦਾ ਹੈ। ਜਦੋਂ ਵੀ ਮੈਂ ਆਪਣੀ ਭੈਣ ਨੂੰ ਇਸ ਹਾਲਤ ਵਿੱਚ ਵੇਖਦਾ ਤਾਂ ਮੈਨੂੰ ਉਸ ਆਦਮੀ ਤੋਂ ਸਖਤ ਨਫ਼ਰਤ ਮਹਿਸੂਸ ਹੁੰਦੀ। ਫਿਰ ਇੱਕ ਦਿਨ ਮੈਨੂੰ ਜੋਤੀ ਦੀ ਡਾਇਰੀ ਮਿਲੀ, ਜਿਸ ਵਿੱਚ ਤੇਰੇ ਬਾਰੇ ਸਭ ਕੁਝ ਲਿਖਿਆ ਸੀ, ਅਤੇ ਉਸ ਦਿਨ ਮੈਂ ਤੇਰੇ ਕੋਲੋਂ ਬਦਲਾ ਲੈਣ ਦਾ ਫੈਸਲਾ ਕੀਤਾ। ਮੈਂ ਤੈਨੂੰ ਬਰਬਾਦ ਕਰ ਦੇਣਾ ਚਾਹੁੰਦਾ ਸੀ। ਪਹਿਲਾਂ ਤਾਂ ਮੈਂ ਤੇਰੇ ਘਰ ਦੇ ਕੋਲ ਹੀ ਘਰ ਖਰੀਦਿਆ। ਕਵਲ, ਜੋ ਮੇਰੇ ਹੀ ਆਫਿਸ ਵਿੱਚ ਕੰਮ ਕਰਦੀ ਹੁੰਦੀ ਸੀ, ਬੜੀ ਮੁਸ਼ਕਲ ਨਾਲ ਇਸ ਦੇ ਘਰ ਦਾ ਖਰਚਾ ਚੱਲਦਾ ਸੀ, ਪਰ ਇਹ ਬਹੁਤ ਖੂਬਸੂਰਤ ਸੀ। ਇਸ ਕਰਕੇ ਮੈਂ ਕਵਲ ਨੂੰ ਇੱਕ ਵੱਡੀ ਰਕਮ ਦੇ ਬਦਲੇ ਇਹ ਸਭ ਨਾਟਕ ਕਰਨ ਨੂੰ ਕਿਹਾ। ਮੇਰੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਜਦੋਂ ਤੂੰ ਪਹਿਲੀ ਨਜ਼ਰ ਵਿੱਚ ਹੀ ਕਵਲ ਨੂੰ ਪਸੰਦ ਕਰ ਲਿਆ ਤੇ ਵਿਆਹ ਵੀ ਕਰਵਾ ਲਿਆ। ਮੈਂ ਜੋ ਪਲਾਨ ਬਣਾਇਆ ਸੀ ਉਸ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਪਹਿਲੇ ਤਾਂ ਤੂੰ ਕਈ ਦਿਨਾਂ ਤੱਕ ਮੇਰੇ ਘਰ ਵੱਲ ਨਾ ਦੇਖਿਆ, ਪਰ ਇੱਕ ਦਿਨ ਤੇਰੀ ਭਟਕਦੀ ਹੋਈ ਨਜ਼ਰ ਮੇਰੀ ਛੱਤ 'ਤੇ ਪਈ, ਜੋ ਤੇਰੀ ਬਰਬਾਦੀ ਦਾ ਕਾਰਨ ਬਣੀ। ਇਹੀ ਨਹੀਂ, ਮੈਂ ਕਵਲ ਨੂੰ ਕੁਝ ਦਵਾਈਆਂ ਵੀ ਦਿੱਤੀਆਂ ਜਿਸ ਨਾਲ ਤੂੰ ਆਪਣੇ ਹੋਸ਼ ਖੋ ਬੈਠੇ ਅਤੇ ਤੈਨੂੰ ਗੁੱਸਾ ਵੀ ਆਵੇ, ਤਾਂ ਕਿ ਹਰ ਕੋਈ ਤੈਨੂੰ ਪਾਗਲ ਸਮਝੇ। ਇਹ ਸਭ ਦੱਸਦੇ ਹੋਏ ਉਹ ਬਹੁਤ ਖੁਸ਼ ਲੱਗ ਰਿਹਾ ਸੀ, ਜਦ ਕਿ ਕਵਲ ਖਾਮੋਸ਼ ਖੜੀ ਸੀ। ਹੁਣ ਮੈਨੂੰ ਹੌਲੀ-ਹੌਲੀ ਸਭ ਯਾਦ ਆਉਣ ਲੱਗ ਪਿਆ। ਹੁਣ ਮੈਨੂੰ ਗੁੱਸਾ ਨਹੀਂ ਆਉਂਦਾ ਸੀ, ਕਿਉਂਕਿ ਹੁਣ ਮੈਂ ਇੱਕ ਨਰਮ ਸੁਭਾਅ ਦਾ ਬੰਦਾ ਸੀ। ਹੁਣ ਮੈਨੂੰ ਪਾਗਲਪਨ ਦੇ ਦੌਰੇ ਨਹੀਂ ਪੈਂਦੇ ਸੀ ਅਤੇ ਅੱਜ ਵੀ ਮੈਂ ਆਪਣੇ ਪੂਰੇ ਹੋਸ਼ੋ-ਹਵਾਸ ਵਿੱਚ ਸੀ। ਮੈਂ ਬੜੀ ਮੁਸ਼ਕਲ ਨਾਲ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਿਆ, ਜੋਤੀ ਨਾਲ ਜੋ ਕੁਝ ਵੀ ਹੋਇਆ ਉਸ ਦਾ ਮੈਨੂੰ ਬਹੁਤ ਅਫਸੋਸ ਹੈ, ਪਰ ਤੂੰ ਇੱਕ ਵੱਡੀ ਭੁੱਲ ਕਰਤੀ। ਜੋਤੀ ਅਤੇ ਮੈਂ ਕਲਾਸਮੇਟ ਸੀ, ਪਰ ਉਹ ਜਿਸ ਕਰਨ ਨੂੰ ਚਾਹੁੰਦੀ ਸੀ ਉਹ ਸਾਡੇ ਤੋਂ ਸੀਨੀਅਰ ਸੀ। ਮੇਰੀ ਤਾਂ ਕਦੀ ਜੋਤੀ ਨਾਲ ਹੈਲੋ ਹਾਈ ਵੀ ਨਹੀਂ ਹੋਈ ਸੀ, ਪਰ ਉਹ ਹਰ ਸਮੇਂ ਫਾਈਨਲ ਈਅਰ ਦੇ ਕਰਨ ਨਾਲ ਹੀ ਦਿਖਾਈ ਦਿੰਦੀ ਸੀ, ਜੋ ਕਿ ਇੱਕ ਅਮੀਰ ਬਾਪ ਦੀ ਵਿਗੜੀ ਹੋਈ ਔਲਾਦ ਸੀ। ਮੈਨੂੰ ਕੁਝ ਪਤਾ ਨਹੀਂ ਸੀ ਕਿ ਜੋਤੀ ਨੇ ਯੂਨੀਵਰਸਿਟੀ ਆਉਣਾ ਕਿਉਂ ਬੰਦ ਕਰ ਦਿੱਤਾ। ਮੈਨੂੰ ਤਾਂ ਬਸ ਆਪਣੀ ਪੜ੍ਹਾਈ ਨਾਲ ਹੀ ਮਤਲਬ ਸੀ। ਪਰ ਜਦੋਂ ਤੂੰ ਜੋਤੀ ਦੀ ਡਾਇਰੀ ਵਿੱਚ ਕਰਨ ਨਾਮ ਲਿਖਿਆ ਹੋਇਆ ਦੇਖਿਆ ਤਾਂ ਬਦਕਿਸਮਤੀ ਨਾਲ ਉਸ ਦੀ ਕਲਾਸ ਵਿੱਚ ਜੋ ਕਰਨ ਸੀ ਉਹ ਮੈਂ ਹੀ ਸੀ। ਤੂੰ ਬਸ ਉਸ ਦੀ ਕਲਾਸ ਵਿੱਚ ਦੇਖ ਕੇ ਮੈਨੂੰ ਸਮਝ ਲਿਆ ਕਿ ਮੈਂ ਹੀ ਉਹ ਕਰਨ ਹਾਂ ਅਤੇ ਆ ਗਏ ਮੇਰੀ ਜ਼ਿੰਦਗੀ ਬਰਬਾਦ ਕਰਨ। ਘੱਟੋ ਘੱਟ ਕਿਸੇ ਨੂੰ ਪੁੱਛ ਹੀ ਲੈਂਦੇ ਕਿ ਜੋਤੀ ਦੇ ਨਾਲ ਕੌਣ ਹੁੰਦਾ ਸੀ। ਮੈਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਜੋ ਮੈਂ ਕਦੀ ਕੀਤਾ ਹੀ ਨਹੀਂ। ਮੇਰੀ ਕਹਾਣੀ ਸੁਣ ਕੇ ਰਾਹੁਲ ਅਤੇ ਕਵਲ ਸਦਮੇ ਵਿੱਚ ਆ ਚੁੱਕੇ ਸੀ। ਉਹਨਾਂ ਦੋਨਾਂ ਦੇ ਚਿਹਰੇ ਦੇਖਣ ਲਾਇਕ ਸੀ। ਜਦੋਂ ਕਿ ਮੈਂ ਸੰਤੁਸ਼ਟ ਸੀ। 2 ਦਿਨਾਂ ਬਾਅਦ ਮੈਨੂੰ ਛੱਡ ਦਿੱਤਾ ਗਿਆ ਅਤੇ ਉਹਨਾਂ ਦੋਨਾਂ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ। ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਜਲਦੀ ਨਾਲ ਆਪਣੇ ਵਕੀਲ ਨਾਲ ਗੱਲ ਕੀਤੀ ਤੇ ਉਹਨਾਂ ਦੋਨਾਂ ਨੂੰ ਮਾफ़ ਕਰ ਦਿੱਤਾ। ਮੈਂ ਜਾਣਦਾ ਸੀ ਕਿ ਉਹਨਾਂ ਦੋਨਾਂ ਨੇ ਅਪਰਾਧ ਕੀਤਾ ਸੀ, ਪਰ ਕਵਲ ਨੇ ਗਰੀਬੀ ਤੋਂ ਤੰਗ ਆ ਕੇ ਇਹ ਆਫਰ ਕਬੂਲ ਕੀਤੀ ਸੀ।
ਮੈਂ ਆਪਣੇ ਘਰ ਵਾਪਸ ਆ ਗਿਆ, ਪਰ ਮੈਂ ਚੌਂਕ ਗਿਆ ਜਦੋਂ ਮੈਂ ਕਵਲ ਨੂੰ ਮੇਰਾ ਇੰਤਜ਼ਾਰ ਕਰਦੇ ਪਾਇਆ। ਤੂੰ ਇੱਥੇ? ਹਾਂ ਕਰਨ, ਮੈਂ ਤੁਹਾਡੀ ਗੁਨਹਗਾਰ ਹਾਂ। ਮੈਨੂੰ ਮਾफ़ ਕਰ ਦਿਓ। ਜੇਕਰ ਤੁਹਾਡੇ ਦਿਲ ਵਿੱਚ ਮੇਰੇ ਲਈ ਥੋੜ੍ਹੀ ਜਿਹੀ ਵੀ ਜਗ੍ਹਾ ਹੈ ਤਾਂ ਮੈਨੂੰ ਆਪਣੀ ਜ਼ਿੰਦਗੀ 'ਚੋਂ ਨਾ ਕੱਢਣਾ। ਅਤੇ ਰੋਣ ਲੱਗ ਪਈ। ਮੈਂ ਉਸਦੇ ਅਥਰੂ ਸਾਫ਼ ਕੀਤੇ। ਕਵਲ, ਜੇਕਰ ਤੂੰ ਸੱਚੀ ਆਪਣੇ ਕੀਤੇ 'ਤੇ ਸ਼ਰਮਿੰਦਾ ਹੈ ਤਾਂ ਮੈਂ ਤੈਨੂੰ ਮਾफ़ ਕਰਦਾ ਹਾਂ। ਮੈਂ ਰੱਬ ਦਾ ਧੰਨਵਾਦ ਕੀਤਾ ਜਿਸ ਨੇ ਮੈਨੂੰ ਮੇਰਾ ਮਾਣ ਸਨਮਾਨ ਵਾਪਸ ਦਿਵਾਇਆ ਸੀ, ਨਹੀਂ ਤਾਂ ਇੱਕ ਗਲਤਫਹਿਮੀ ਦੀ ਵਜ੍ਹਾ ਨਾਲ ਮੇਰੀ ਪੂਰੀ ਜ਼ਿੰਦਗੀ ਤਬਾਹ ਹੋਣ ਜਾ ਰਹੀ ਸੀ। ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਕੋਈ ਵੀ ਕੰਮ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।